ਜਦੋਂ ਨਾਲ ਦਾ ਜਥੇਰਾ ਸਿੰਘ ਪੌੜੀ ਪੜ੍ਹਨ ਲੱਗਿਆ ਆਲਾਪ ਕੇ, ਸੰਤ ਮਹਾਰਾਜ ਨੇ ਪੱਖੇ ਤੋਂ ਆਪਣਾ ਹੱਥ ਚੁੱਕਿਆ, ਸਤੋਤ ਨੇ ਉਡਾਰੀ ਮਾਰੀ। ਜਿਸ ਮੰਜੀ ਸਾਹਿਬ ਦੇ ਉੱਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਸੀ, ਉਸ ਮੰਜੀ ਸਾਹਿਬ ਹੇਠ ਜਾ ਵੜਿਆ। ਸਾਧ ਸੰਗਤ ਜਿਤਨੀ ਦੇਰ ਸੰਤ ਜੀ ਮਹਾਰਾਜ ਕੀਰਤਨ ਕਰਦੇ ਰਹੇ, ਉਹ ਤੋਤਾ ਉਸ ਮੰਜੀ ਸਾਹਿਬ ਹੇਠ ਬੈਠਾ ਰਿਹਾ। ਜਦੋਂ ਕੀਰਤਨ ਦਾ ਭੋਗ ਪਿਆ, ਫਿਰ ਉਸਨੇ ਉਡਾਰੀ ਮਾਰੀ। ਕਹਿਣ ਤੋਂ ਭਾਵ ਮਹਾਂਪੁਰਖਾਂ ਦਾ ਕੀਰਤਨ ਇਨਸਾਨਾਂ ਨੂੰ ਤੇ ਮੋਹਦਾ ਹੀ ਸੀ। ਉਹਨਾਂ ਦੇ ਕੀਰਤਨ ਉੱਪਰ, ਉਹਨਾਂ ਦੇ ਵਾਜੇ ਦੀਆਂ ਧੁਨਾਂ ਉੱਪਰ ਤੇ ਪਸ਼ੂ ਪੰਛੀ ਵੀ ਮੋਹਿਤ ਹੋ ਜਾਂਦੇ। ਅਫਰੀਕਾ ਵਿੱਚ ਇੱਕ ਮਹਾਂਪੁਰਖ ਸੰਤ ਮਨੀ ਸਿੰਘ ਜੀ ਜਾਇਆ ਕਰਦੇ। ਉਹ ਵੀ ਗੁਰਬਾਣੀ ਦੀਆਂ ਸਿੱਧੀਆਂ ਧਾਰਨਾ ਵਾਲਾ ਕੀਰਤਨ ਹੀ ਕਰਦੇ। ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣੇ ਵਾਲਿਆਂ ਤੋਂ ਉਹ ਵਰਸਾਏ ਹੋਏ ਸਨ। ਖੈਰ, ਉਹਨਾਂ ਨੇ ਬੜਾ ਲੰਮਾ ਸਮਾਂ ਅਫਰੀਕਾ ਵਿੱਚ ਜਾ ਕੇ ਗੁਰਮਤਿ ਦਾ ਪ੍ਰਚਾਰ ਕੀਤਾ। ਬਹੁਤ ਸਾਰੇ ਉਹਨਾਂ ਦੇ ਸੰਗੀ ਜਿਹੜੇ ਹਰ ਸਾਲ ਉਹਨਾਂ ਪਾਸੋਂ ਗੁਰਬਾਣੀ ਦਾ ਕੀਰਤਨ, ਗੁਰਮਤਿ ਦੀਆਂ ਵਿਚਾਰਾਂ ਸੁਣਿਆ ਕਰਦੇ। ਫਿਰ ਜਦੋਂ ਵੀ ਉਹਨਾਂ ਦੇ ਪਾਸ ਆਉਂਦੇ ਦਰਸ਼ਨਾਂ ਵਾਸਤੇ, ਉਹ ਮਹਾਂਪੁਰਖ ਵੀ ਹਮੇਸ਼ਾ ਉਹਨਾਂ ਨੂੰ ਗੁਰਮਤਿ ਦ੍ਰਿੜ ਕਰਵਾਉਂਦੇ। ਇਹ ਕੁਝ ਬੀਬੀਆਂ ਦੇ ਆਪ ਦੱਸਣ ਦੀ ਗੱਲ ਹੈ ਵੀ ਸਾਨੂੰ ਸੰਤ ਪੁੱਛਿਆ ਕਰਦੇ ਵੀ ਤੁਸੀਂ ਵਿਹਲੇ ਟਾਈਮ ਇੱਥੇ ਕੀ ਕਰਦੀਆਂ ਹੋ। ਸਾਧ ਸੰਗਤ ਅਫਰੀਕਾ ਦੇ ਵਿੱਚ ਆਪਣੇ ਭਾਈਚਾਰੇ ਨੇ ਜਾ ਕੇ ਬਹੁਤ ਵੱਡੇ ਵੱਡੇ ਬਿਜ਼ਨਸ ਕੀਤੇ। ਆਪਣੇ ਲੋਕ ਉੱਥੇ ਬੜੇ ਖੁਸ਼ਹਾਲ ਸਨ। ਬਹੁਤ ਵੱਡੇ ਵੱਡੇ ਬੰਗਲੇ, 5-5, 7-7 ਨੌਕਰ ਸਭਨਾਂ ਦੇ ਘਰ ਮੌਜੂਦ ਰਿਹਾ ਕਰਦੇ। ਉਹਨਾਂ ਨੇ ਬੇਨਤੀ ਕੀਤੀ ਕਿ ਮਹਾਂਪੁਰਖੋ, ਆਪ ਦਾ ਦਿੱਤਾ ਬਹੁਤ ਕੁਝ ਹੈ, ਹੋਰ ਕੁਝ ਕਰਨ ਦੀ ਤਾਂ ਕੋਈ ਜ਼ਰੂਰਤ ਹੀ ਨਹੀਂ ਪੈਂਦੀ। ਘਰ ਵਿੱਚ ਨੌਕਰ ਚਾਕਰ ਹੀ ਬਹੁਤ ਨੇ। ਜਦੋਂ ਸਾਡੇ ਪਾਸ ਫੁਰਸਤ ਹੁੰਦੀ ਆ, ਅਸੀਂ ਇਕੱਠੀਆਂ ਹੋ ਕੇ ਗੱਪਾਂ ਮਾਰ ਲੈਂਦੀਆਂ, ਜਾਂ ਤਾਸ਼ ਖੇਡ ਲੈਂਦੀਆਂ, ਜਾਂ ਫਿਰ ਕਈ ਵਾਰ ਅਸੀਂ ਸਿਨੇਮਾ ਦੇਖਣ ਵਾਸਤੇ ਚਲੀਆਂ ਜਾਂਦੀਆਂ। ਹੋਰ ਅਸੀਂ ਵਿਹਲੀਆਂ ਨੇ ਕੀ ਕਰਨਾ। ਮਹਾਂਪੁਰਖ ਕਹਿਣਗੇ, ਭਾਈ ਅਸੀਂ ਤੁਹਾਨੂੰ ਇੱਕ ਕੰਮ ਲਾਉਂਦੇ ਹਾਂ, ਤੁਸੀਂ ਇਉਂ ਕਰਨਾ, ਕੱਲ੍ਹ ਨੂੰ ਸਾਡੇ ਪਾਸ ਆ ਜਾਣਾ ਉੱਨ ਲੈ ਕੇ। ਖੈਰ, ਉਹਨਾਂ ਨੇ ਸੋਚਿਆ ਵੀ ਸ਼ਾਇਦ ਮਹਾਂਪੁਰਖਾਂ ਨੇ ਆਪਣੀ ਕੋਈ ਜਰਸੀ, ਕੋਈ ਸਵੈਟਰ ਵਗੈਰਾ ਬਣਾਉਣਾ ਹੋਵੇ। ਅਗਲੇ ਦਿਨ ਪਹੁੰਚ ਗਈਆਂ, ਬੇਨਤੀ ਕੀਤੀ, ਮਹਾਰਾਜ ਦੱਸੋ ਸਾਡੇ ਵਾਸਤੇ ਕੀ ਹੁਕਮ ਹੈ। ਉਹ ਸਾਧ ਸੰਗਤ ਉਹਨਾਂ ਮਹਾਂਪੁਰਖਾਂ ਨੇ ਜਦੋਂ ਉਹਨਾਂ ਨੂੰ ਕਿਹਾ ਵੀ ਤੁਸੀਂ ਉੱਨ ਦੀਆਂ ਮਾਲਾ ਬਣਾਇਆ ਕਰੋ, ਤੇ ਮਾਲਾ ਬਣਾਉਣ ਦਾ ਵੱਲ ਕਿਸੇ ਕਿਸੇ ਨੂੰ ਹੀ ਹੈ। ਆਪਣੇ ਇੱਕ ਮਾਈ ਹੋਇਆ ਕਰਦੀ ਮਸਤਾਨੀ, ਉਹ ਸਵੇਰ ਤੋਂ ਲਾ ਕੇ ਸ਼ਾਮ ਤੱਕ ਸਾਰਾ ਦਿਨ ਉੱਨ ਦੀਆਂ ਮਾਲਾ ਹੀ ਬਣਾਉਂਦੀ ਰਹਿੰਦੀ। ਹੋਰ ਵੀ ਬਹੁਤ ਸਾਰੀਆਂ ਬੀਬੀਆਂ ਨੂੰ ਉਸਨੇ ਮਾਲਾ ਬਣਾਉਣੀਆਂ ਸਿਖਾਈਆਂ। ਤੋ ਖੈਰ, ਧਿਆਨ ਦਿਓ, ਜਦੋਂ ਉਹਨਾਂ ਮਹਾਂਪੁਰਖਾਂ ਨੇ ਵਚਨ ਕੀਤਾ, ਉਹਨਾਂ ਨੇ ਉੱਚੀ ਉੱਚੀ ਹੱਸਣਾ ਸ਼ੁਰੂ ਕਰ ਦਿੱਤਾ। ਮਹਾਂਪੁਰਖ ਕਹਿਣਗੇ, ਭਾਈ ਤੁਸੀਂ ਹੱਸ ਕਿਉਂ ਰਹੀਆਂ ਹੋ। ਉਹ ਕਹਿਣਗੇ, ਮਹਾਰਾਜ ਇੱਥੇ ਮਾਲਾ ਕਿਹਨੇ ਫੇਰਨੀ ਹੈ, ਇੱਥੇ ਕਿਸੇ ਪਾਸ ਫੁਰਸਤ ਹੀ ਨਹੀਂ। ਇੱਥੇ ਤੇ ਮਾਇਆ ਨੇ ਲੋਕਾਂ ਦੀ ਮੱਤ ਮਾਰ ਦਿੱਤੀ ਹੈ, ਕਿਸੇ ਦੇ ਰੱਬ ਜਗ ਯਾਦ ਹੀ ਨਹੀਂ। ਮਾਲਾ ਫੇਰੇਗਾ ਕੌਣ। ਉਹ ਮਹਾਂਪੁਰਖ ਸੰਤ ਬਾਬਾ ਮਨੀ ਸਿੰਘ ਜੀ ਕਹਿਣ ਲੱਗੇ ਵੀ ਤੁਸੀਂ ਸਾਡਾ ਵਚਨ ਮੰਨ ਕੇ ਮਾਲਾ ਬਣਾਈ ਚੱਲੋ, ਆਪਣੇ ਪਾਸ ਸਾਂਭ ਕੇ ਰੱਖੀ ਜਾਇਓ। ਵੀ ਵਕਤ ਆਵੇਗਾ ਇਹ ਮਾਲਾ ਲੋਕਾਂ ਨੂੰ ਲੱਭਣੀਆਂ ਨਹੀਂ। ਲੋਕੀ ਤੁਹਾਡੇ ਪਿੱਛੇ ਪਿੱਛੇ ਫਿਰਨਗੇ, ਤੁਹਾਡੇ ਤਰਲੇ ਕਰਨਗੇ ਵੀ ਸਾਨੂੰ ਇੱਕ ਉੱਨ ਦੀ ਮਾਲਾ ਬਣਾ ਕੇ ਦੇ ਦਿਓ, ਤਾਂ ਜੋ ਅਸੀਂ ਇਹਦੇ ਨਾਲ ਪਰਮੇਸ਼ਰ ਦੇ ਨਾਮ ਦਾ ਜਾਪ ਕਰ ਸਕੀਏ। ਉਹ ਸਾਧ ਸੰਗਤ ਬਹੁਤ ਸਾਰੇ ਆਪਣੇ ਆਪ ਨੂੰ ਕਹਾਉਣ ਵਾਲੇ ਬਹੁਤੇ ਅਕਲਮੰਦ ਵੀ ਗੁਰਮਤਿ ਦੀ ਸੂਝ ਬੂਝ ਸਿਰਫ ਸਾਨੂੰ ਹੀ ਹੈ। ਉਹ ਕਹਿੰਦੇ ਨੇ, ਲਓ ਜੀ, ਮਾਲਾ ਦੀ ਕਿਹੜੀ ਜ਼ਰੂਰਤ ਪਈ ਹੈ, ਇਹ ਤਾਂ ਮਨਮਤ ਹੈ, ਇਹ ਤਾਂ ਪਾਖੰਡ ਹੈ, ਦਿਖਾਵਾ ਹੈ।
ਗਿਣਤੀ ਕੀ ਔਰ ਪਰਮੇਸ਼ਰ ਨਾਲ ਪ੍ਰੇਮ ਕੀ। ਜਿੱਥੇ ਪ੍ਰੇਮ ਹੈ ਉੱਥੇ ਗੁਣਤੀ ਮਿਣਤੀ ਕੋਈ ਹਿਸਾਬ ਕਿਤਾਬ ਤੇ ਹੋਇਆ ਹੀ ਨਹੀਂ ਕਰਦਾ। ਉਹ ਸਾਧ ਸੰਗਤ ਗੱਲ ਤੇ ਠੀਕ ਹੈ। ਜਿੱਥੇ ਸੱਚਾ ਪ੍ਰੇਮ ਹੋਵੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ, ਉੱਥੇ ਕੋਈ ਲੇਖਾ ਜੋਖਾ ਕੋਈ ਗਿਣਤੀ ਮਿਣਤੀ ਹਿਸਾਬ ਕਿਤਾਬ ਤੇ ਰਹਿੰਦਾ ਹੀ ਨਹੀਂ। ਆਸਕ ਇਹ ਨਾ ਆਖੀਐ ਜੇ ਲੇਖੈ ਵਰਤੈ ਸੋਏ। ਪਰ ਜੇ ਦੂਸਰੇ ਨੁਕਤਾ ਨਿਗਾਹ ਤੋਂ ਦੇਖਿਆ ਜਾਵੇ, ਸਾਧ ਸੰਗਤ ਸ਼ੁਰੂਆਤ ਤੇ ਗਿਣਤੀ ਤੋਂ ਹੀ ਹੋਇਆ ਕਰਦੀ ਹੈ। ਮਨ 'ਚ ਉਤਸ਼ਾਹ ਪੈਦਾ ਕਰਨ ਵਾਸਤੇ ਮਹਾਂਪੁਰਖ ਦੱਸਦੇ ਨੇ ਵੀ 6 ਮਾਲਾ ਮੂਲ ਮੰਤਰ ਦੀਆਂ ਫੇਰਨੀਆਂ ਨੇ ਜਾਂ 40 ਮਾਲਾ ਵਾਹਿਗੁਰੂ ਮੰਤਰ ਦੀਆਂ ਫੇਰਨੀਆਂ ਹਨ। ਰੋਜ਼ਾਨਾ ਇਹਨੇ ਪਾਠ ਸ੍ਰੀ ਜਪਜੀ ਸਾਹਿਬ ਦੇ ਕਰਨੇ ਹਨ, ਇਹਨੇ ਪਾਠ ਸ੍ਰੀ ਸੁਖਮਨੀ ਸਾਹਿਬ ਦੇ ਕਰਨੇ ਨੇ। ਇਹ ਵੀ ਗਿਣਤੀ ਹੋ ਗਈ ਨਾ। ਸਤਿਗੁਰੂ ਜੀ ਕਹਿ ਰਹੇ ਨੇ ਵੀ ਜ਼ਿੰਦਗੀ ਦਾ ਕੁਝ ਸਮਾਂ ਰੱਬ ਦੇ ਵਸਲ ਰੱਬ ਦੀ ਬੰਦਗੀ ਵੀ ਜੁੜਨ ਵਾਸਤੇ ਨੀਅਤ ਕਰੋ। ਸੱਤੀ ਪਹਿਰੀ ਸਤ ਭਲਾ ਬਹੀਐ ਪੜ੍ਹਿਆ ਪਾਸ, ਉਥੈ ਪਾਪ ਪੁੰਨ ਵਿਚਾਰੀਐ ਕੂੜੈ ਘਟੈ ਰਾਸ, ਉਥੈ ਖੋਟੇ ਸੱਟੀਏ ਖਰੇ ਕੀਚੇ ਸਾਬਾਸ। ਇੱਥੇ ਸਤਿਗੁਰੂ ਜੀ ਨੇ 8 ਪਹਿਰਾਂ ਵਿੱਚੋਂ ਇੱਕ ਪਹਿਰ ਕੱਢਣ ਵਾਸਤੇ, ਇੰਨਾ ਸਮਾਂ ਨੀਅਤ ਕਰਨ ਵਾਸਤੇ ਤਾਕੀਦ ਕੀਤੀ ਹੈ। ਸਮੇਂ ਵਿੱਚੋਂ ਦਸਵੰਧ, ਇਹ ਗਿਣਤੀ ਨਹੀਂ। ਜਦੋਂ 5 ਪਿਆਰੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਂਦੇ ਹਨ, ਫਿਰ ਤਾਕੀਦ ਹੁੰਦੀ ਹੈ ਅੰਮ੍ਰਿਤ ਭਲਾਖਿਆਂ ਨੂੰ ਵੀ ਰੋਜ਼ਾਨਾ 5 ਬਾਣੀਆਂ ਦਾ ਨਿਤਨੇਮ ਕਰਨਾ ਹੈ। ਬਾਣੀਆਂ 5 ਦੱਸੀਆਂ ਜਾਂਦੀਆਂ ਨੇ, ਗਿਣਤੀ ਨਹੀਂ। ਇਹਦਾ ਮਤਲਬ ਇਹ ਨਹੀਂ ਬਾਣੀਆਂ ਸਿਰਫ 5 ਹੀ ਪੜ੍ਹਨੀਆਂ ਨੇ। ਕੋਈ ਕਿੰਨੀ ਮਰਜ਼ੀ ਬਾਣੀ ਪੜ੍ਹੋ, ਮਾਲਾ ਸਿਰਫ 6 ਹੀ ਨਹੀਂ ਫੇਰਨੀਆਂ, ਕਿੰਨੀਆਂ ਮਰਜ਼ੀ ਫੇਰੋ। ਵਾਹਿਗੁਰੂ ਮੰਤਰ ਦਾ ਜਾਪ ਸਿਰਫ 40 ਮਾਲਾ ਨਾਲ ਹੀ ਨਹੀਂ ਕਰਨਾ ਵੀ ਰੋਜ਼ਾਨਾ 40 ਮਾਲਾ ਹੀ ਫੇਰਨੀਆਂ ਨੇ, ਭਾਵੇਂ ਕੋਈ ਸਵਾਸ ਜਪੋ। ਗਿਣਤੀ ਸਿਰਫ ਇਸ ਕਰਕੇ ਰੱਖੀ ਜਾਂਦੀ ਹੈ ਵੀ ਕਮ ਅਜ਼ ਕਮ ਇਤਨਾ ਤੇ ਜ਼ਰੂਰ ਹੋ ਜਾਵੇ। ਕਈਆਂ ਦੇ ਮਨ 'ਚ ਉਤਸ਼ਾਹ ਪੈਦਾ ਹੁੰਦਾ, ਮੈਂ ਮਹੀਨੇ ਵਿੱਚ ਇੰਨੇ ਪਾਠ ਸ੍ਰੀ ਸੁਖਮਨੀ ਸਾਹਿਬ ਦੇ ਕਰਨੇ ਨੇ ਜਾਂ ਇੰਨੇ ਪਾਠ ਸ੍ਰੀ ਜਪਜੀ ਸਾਹਿਬ ਦੇ ਕਰਨੇ ਹਨ। ਕਈ 1.25 ਲੱਖ ਜਾਪ ਮੂਲ ਮੰਤਰ ਦਾ ਰੱਖ ਲੈਂਦੇ ਨੇ। ਉਹ ਸਾਧ ਸੰਗਤ ਭਾਵੇਂ ਗਿਣਤੀ ਮਾਇਨਾ ਤੇ ਕੋਈ ਨਹੀਂ ਰੱਖਦੀ, ਪਰ ਮਨ 'ਚ ਉਤਸ਼ਾਹ ਤੇ ਪੈਦਾ ਹੁੰਦਾ ਹੀ ਹੈ ਨਾ। ਮਹਾਂਪੁਰਖ ਪਹਿਲਾਂ ਪਹਿਲ ਜਗਿਆਸੂ ਨੂੰ ਪ੍ਰੇਰਨ ਵਾਸਤੇ ਗਿਣਤੀ ਨਾਲ ਹੀ ਪਰਮੇਸ਼ਰ ਦੇ ਨਾਮ ਦਾ ਜਾਪ ਦੱਸਦੇ ਹਨ। ਆਪਣੇ ਵੱਡੇ ਸੰਤ ਜੀ ਮਹਾਰਾਜ ਵੀ ਜਦੋਂ ਉਹਨਾਂ ਦੇ ਪਾਸੋਂ ਕੋਈ ਸ਼ਰਧਾਲੂ ਨਾਮ ਦੀ ਯਾਚਨਾ ਕਰਦਾ, ਉਸ ਨੂੰ ਮਾਲਾ ਦਿੰਦੇ, ਨਾਲ ਜਿਹੋ ਜਿਹਾ ਕੋਈ ਅਧਿਕਾਰੀ ਹੁੰਦਾ, ਕਿਸੇ ਨੂੰ ਮੂਲ ਮੰਤਰ ਦਾ ਜਾਪ ਦੱਸ ਦਿੰਦੇ, ਕਿਸੇ ਨੂੰ ਵਾਹਿਗੁਰੂ ਮੰਤਰ ਦਾ ਅਭਿਆਸ ਦੱਸ ਦਿੰਦੇ, ਕਿਸੇ ਨੂੰ ਮਾਲਾ ਨਾਲ ਦੱਸ ਦਿੰਦੇ, ਕਿਸੇ ਨੂੰ ਸਵਾਸਾਂ ਦੀ ਮਾਲਾ ਨਾਲ। ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਸਵਾਸ ਸਵਾਸ ਜਪਣ ਦੀ ਤਾਕੀਦ ਕਰਦੇ, ਅਧਿਕਾਰ ਦੇ ਮੁਤਾਬਕ ਉਪਦੇਸ਼ ਦਿੰਦੇ। ਖੈਰ ਧਿਆਨ ਦਿਓ, ਉਹ ਮਹਾਂਪੁਰਖ ਕਹਿਣਗੇ ਵੀ ਤੁਸੀਂ ਸਾਡਾ ਵਚਨ ਮੰਨੋ, ਵੀ ਤੁਸੀਂ ਮਾਲਾ ਬਣਾ ਕੇ ਰੱਖੀ ਜਾਓ, ਕੋਈ ਵਕਤ ਆਵੇਗਾ ਫਿਰ ਇਹਨਾਂ ਦੀ ਕਦਰ ਪਏਗੀ। ਉਹ ਸਾਧ ਸੰਗਤ ਮਹਾਂਪੁਰਖਾਂ ਨੇ ਇਹ ਵਚਨ ਕੀਤਾ। ਉਹਨਾਂ ਮਾਈਆਂ ਨੇ ਹੁਕਮ ਮੰਨ ਕੇ ਉਹਨਾਂ ਦੀਆਂ ਮਾਲਾ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਫਿਰ ਅਗਲੇ ਸਾਲ ਆਪਣੇ ਵੱਡੇ ਸੰਤ ਜੀ ਮਹਾਰਾਜ ਗਏ ਅਫਰੀਕਾ ਦੇ ਵਿੱਚ। ਫਿਰ ਸਾਧ ਸੰਗਤ ਉਹ ਗੱਲ ਹੋਈ, ਤੋ ਜਿਹੜਾ ਵੀ ਇੱਕ ਵਾਰ ਆ ਕੇ ਸੰਤ ਜੀ ਮਹਾਰਾਜ ਦੀ ਪਵਿੱਤਰ ਰਸਨਾ ਤੋਂ ਗੁਰਬਾਣੀ ਦਾ ਕੀਰਤਨ ਸੁਣ ਲੈਂਦਾ, ਫਿਰ ਬਸ ਸਦਾ ਵਾਸਤੇ ਉਹਨਾਂ ਦਾ ਹੀ ਹੋ ਜਾਂਦਾ। ਪਹਿਲੇ ਦਿਨ ਤੇ ਕਿਸੇ ਦਾ ਪ੍ਰੇਰਿਆ ਆਪ ਇਕੱਲਾ ਆਉਂਦਾ, ਅਗਲੇ ਦਿਨ 5-7 ਨੂੰ ਹੋਰ ਨਾਲ ਲੈ ਕੇ ਆਉਂਦਾ। ਰੋਜ਼ਾਨਾ ਸੰਗਤ ਦੀ ਇਕੱਤਰਤਾ ਵੱਧਦੀ ਜਾਂਦੀ। ਵਹੀਰਾਂ ਘੱਤ ਕੇ ਸੰਗਤਾਂ ਮਹਾਂਪੁਰਖਾਂ ਦੀ ਪਵਿੱਤਰ ਰਸਨਾ ਤੋਂ ਗੁਰਬਾਣੀ ਦਾ ਕੀਰਤਨ ਸੁਣਨ ਵਾਸਤੇ ਆਇਆ ਕਰਦੀਆਂ। ਉਹ ਸਾਧ ਸੰਗਤ ਉਹਨਾਂ ਨੂੰ ਵਰਦਾਨ ਸੀ। ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲੇ ਮਹਾਂਪੁਰਖਾਂ ਦਾ ਜਦੋਂ ਉਹਨਾਂ ਨੂੰ ਗੁਰਬਾਣੀ ਦਾ ਕੀਰਤਨ ਸਿੱਖਣ ਦੀ ਪ੍ਰੇਰਨਾ ਦਿੱਤੀ, ਆਪ ਉਹਨਾਂ ਮਹਾਂਪੁਰਖਾਂ ਨੇ ਵੱਡੇ ਸੰਤ ਜੀ ਮਹਾਰਾਜ ਦੇ ਮੁਬਾਰਕ ਹੱਥ ਹਾਰਮੋਨੀਅਮ 'ਤੇ ਰਖਾਏ, ਆਪ ਕੀਰਤਨ ਸਿਖਾਇਆ, ਔਰ ਨਾਲ ਇਹ ਵੀ ਤਾਕੀਦ ਕੀਤੀ ਵੀ ਕੀਰਤਨ ਦੇ ਨਾਲ ਨਾਲ ਵਿਖਿਆਨ ਦੀ ਵੀ ਜ਼ਰੂਰਤ ਹੈ। ਜਿਹੜੇ ਗੁਰਮਤਿ ਦੇ ਗੋਝ ਗ੍ਰੰਥ ਨੇ ਉਹਨਾਂ ਦਾ ਅਧਿਐਨ ਵੀ ਸ਼ੁਰੂ ਕਰ ਦਿਓ, ਕਿਉਂਕਿ ਤੇਰਾ ਕੀਰਤਨ ਸੁਣਨ ਵਾਸਤੇ ਵੱਡੇ ਵੱਡੇ ਰਾਜੇ ਮਹਾਰਾਜੇ, ਵੱਡੇ ਵੱਡੇ ਵਜ਼ੀਰ, ਵੱਡੇ